ਅੱਗੇ ਪੜ੍ਹਦੇ ਹਾਂ ਜੀ। ਸ਼ੋਸ਼ਣ ਦੇ ਖਿਲਾਫ ਅਧਿਕਾਰ, ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਆਰਟੀਕਲ 23 ਦੇ ਤਹਿਤ ਮਨੁੱਖੀ ਜੀਵਨ ਦੀ ਤਸਕਰੀ ਅਤੇ ਜਬਰੀ ਮਜ਼ਦੂਰੀ ਦੀ ਮਨਾਹੀ। ਵੀ ਇਨਸਾਨੀ ਸਰੀਰ ਨੂੰ ਤੁਸੀਂ ਖਰੀਦ ਫਰੋਖਤ ਨਹੀਂ ਸਕਦੇ, ਉਹਦੀ ਤਸਕਰੀ ਨਹੀਂ ਕਰ ਸਕਦੇ, ਤੇ ਫੋਰਸਡ ਲੇਬਰ ਜਬਰੀ ਮਜ਼ਦੂਰੀ ਨਹੀਂ ਕਰਵਾ ਸਕਦੇ ਤੁਸੀਂ ਕਿਸੇ ਕੋਲੋਂ, ਉਹਦੀ ਇੱਛਾ ਦੇ ਖਿਲਾਫ ਮਜ਼ਦੂਰੀ ਨਹੀਂ ਕਰਵਾ ਸਕਦੇ। ਅੰਗਰੇਜ਼ੀ ਵਿੱਚ ਕਹੀਏ ਪ੍ਰੋਹਿਬਿਸ਼ਨ ਆਫ ਟ੍ਰੈਫਿਕਿੰਗ। ਟ੍ਰੈਫਿਕਿੰਗ ਕਿਹਦੇ ਵਿੱਚ? ਹਿਊਮਨ ਬੀਇੰਗਸ। ਟ੍ਰੈਫਿਕ ਆਫ ਹਿਊਮਨ ਬੀਇੰਗਸ, ਇਨਸਾਨਾਂ ਦੀ ਤਸਕਰੀ ਨਹੀਂ ਕਰ ਸਕਦੇ, ਉਹਨਾਂ ਦੀ ਖਰੀਦ ਫਰੋਖਤ ਨਹੀਂ ਕਰ ਸਕਦੇ। ਤੇ ਫੋਰਸਡ ਲੇਬਰ, ਉਹਨਾਂ ਨੂੰ ਜਬਰਨ ਉਹਨਾਂ ਕੋਲੋਂ ਇਨਸਾਨਾਂ ਕੋਲੋਂ ਮਜ਼ਦੂਰੀ ਨਹੀਂ ਕਰਵਾ ਸਕਦੇ। ਟ੍ਰੈਫਿਕਿੰਗ ਦਾ ਸ਼ਾਬਦਿਕ ਮਤਲਬ ਹੈ ਜੀ ਦ ਐਕਟ ਆਫ ਬਾਇੰਗ ਔਰ ਸੈਲਿੰਗ ਗੁਡਸ ਇਲੀਗਲੀ। ਕੋਈ ਵੀ ਸਾਜੋ ਸਮਾਨ ਉਹ ਖਰੀਦਣਾ ਜਾਂ ਵੇਚਣਾ ਗੈਰ ਕਾਨੂੰਨੀ ਢੰਗ ਨਾਲ, ਉਹਨੂੰ ਕਹਿੰਦੇ ਜੀ ਟ੍ਰੈਫਿਕਿੰਗ। ਟ੍ਰੈਫਿਕਿੰਗ, ਠੀਕ ਹੈ ਜੀ। ਇਹ ਧਾਰਾ ਜਾਂ ਆਰਟੀਕਲ ਮਨੁੱਖਾਂ ਦੀ ਤਸਕਰੀ ਦੀ ਮਨਾਹੀ ਕਰਦਾ ਹੈ। ਮਨੁੱਖੀ ਸਰੀਰ, ਇਨਸਾਨ ਨੂੰ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਖਰੀਦ ਜਾਂ ਵੇਚ ਨਹੀਂ ਸਕਦੇ। ਸਿੰਪਲੀ ਇਨਸਾਨਾਂ ਦਾ ਵਪਾਰ ਨਹੀਂ ਕੀਤਾ ਜਾ ਸਕਦਾ, ਇਨਸਾਨਾਂ ਨੂੰ ਤੁਸੀਂ ਵਸਤੂ ਦੀ ਤਰ੍ਹਾਂ ਖਰੀਦ ਫਰੋਖਤ ਨਹੀਂ ਕਰ ਸਕਦੇ, ਤੇ ਨਾ ਹੀ ਉਹਨਾਂ ਕੋਲੋਂ ਜਬਰੀ ਲੇਬਰ ਜਾਂ ਮਜ਼ਦੂਰੀ ਕਰਵਾ ਸਕਦੇ ਹੋ। ਬੇਕਾਰ, ਬੇਗਾਰੀ ਕਰਨਾ, ਇਹ ਟਰਮੀਨੋਲੋਜੀ ਹੈ ਜੀ ਬੇਗਾਰੀ, ਅਰਥਾਤ ਜਬਰੀ ਮਜ਼ਦੂਰੀ ਅਤੇ ਜਬਰੀ ਮਜ਼ਦੂਰੀ ਦੇ ਹੋਰ ਰੂਪ। ਜਿਸ ਤਰ੍ਹਾਂ ਮੰਨ ਲਓ ਕਿ ਕਿਸੇ ਦੇ ਦਾਦੇ ਨੇ ਕਿਸੇ ਕੋਲੋਂ ਪੈਸਾ ਉਧਾਰ ਲਿਆ, ਫਿਰ ਉਹ ਦਾਦੇ ਦਾ ਕਰਜ਼ਾ ਪੁੱਤ ਮਜ਼ਦੂਰੀ ਕਰਕੇ ਮੋੜਦਾ। ਮਜ਼ਦੂਰੀ ਵੀ ਕਿਤੇ ਬਾਹਰ ਜਾ ਕੇ ਨਹੀਂ, ਜਿਨ੍ਹਾਂ ਕੋਲ ਪੈਸਾ ਲਿਆ ਉਹਦਾ ਹੀ ਨੌਕਰ ਬਣ ਕੇ ਉਹ ਬਧੂਆ ਮਜ਼ਦੂਰ ਬਣ ਜਾਂਦੇ ਆ। ਉਹ ਮਜ਼ਦੂਰੀ ਕਰੀ ਜਾਂਦੇ ਆ, ਉਹਨਾਂ ਦੀ ਚਾਕਰੀ ਕਰੀ ਜਾਂਦੇ ਆ ਸਿਰਫ ਕਰਜ਼ਾ ਲਾਉਣ ਲਈ। ਉਹਨਾਂ ਨੂੰ ਪੈਸਾ ਧੇਲਾ ਨਹੀਂ ਕੋਈ ਇੰਨਾ ਮਿਲਦਾ, ਉਹ ਪੁਰਾਣਾ ਕਰਜ਼ਾ ਹੀ ਲਾਉਣ ਲਈ ਕੀ ਆ ਜ਼ਬਰਦਸਤੀ ਮਜ਼ਦੂਰੀ ਕਰੀ ਜਾਂਦੇ ਆ। ਬੇਕਾਰ ਅਰਥਾਤ ਜਬਰੀ ਮਜ਼ਦੂਰੀ ਅਤੇ ਜਬਰੀ ਮਜ਼ਦੂਰੀ ਦੇ ਹੋਰ ਰੂਪ, ਠੀਕ ਹੈ ਨਾ। ਇਸ ਦੇ ਕਈ ਰੂਪ ਵੀ ਇਸ ਦੇ ਵਿੱਚ ਸ਼ਾਮਲ ਆ, ਵੀ ਬਿਨਾਂ ਪੈਸੇ ਦਿੱਤੇ ਮਜ਼ਦੂਰੀ ਕਰਵਾਉਣੀ। ਬੇਕਾਰ ਬਿਨਾਂ ਮਿਹਨਤਾਨੇ ਜਾਂ ਭੁਗਤਾਨ ਦੇ ਲਾਜ਼ਮੀ ਕੰਮ ਕਰਾਈ ਜਾਣਾ, ਪੈਸੇ ਨਹੀਂ ਦੇਣੇ, ਕੰਪਲਸਰੀ ਵਰਕ ਕਰਵਾਉਣਾ, ਤੇ ਇਹ ਕਹਿ ਦੇਣਾ ਕਿ ਤੁਹਾਡੇ ਪਿਤਾ ਪੁਰਖਿਆਂ ਨੇ ਪੈਸੇ ਲਏ ਸੀ ਜਾਂ ਕਿਸੇ ਵੀ ਤਰ੍ਹਾਂ ਵੀ ਤੁਸੀਂ ਪੁਰਾਣੇ ਪੈਸੇ ਦੇਣੇ ਆ, ਤੇ ਤੁਹਾਨੂੰ ਹੁਣ ਵਾਲੀ ਮਜ਼ਦੂਰੀ ਦੇ ਪੈਸੇ ਨਹੀਂ ਦੇਣੇ। ਇਸ ਲਈ ਇਸ ਵਿੱਚ ਦੇਵਦਾਸੀ ਅਤੇ ਗੁਲਾਮੀ ਪ੍ਰਥਾ ਵੀ ਸ਼ਾਮਿਲ ਹੈ। ਇਹ ਵੀ ਪ੍ਰਸ਼ਨ ਆ ਸਕਦਾ ਕਿ ਦੇਵਦਾਸੀ ਪ੍ਰਥਾ ਬੇਗਾਰ ਵਿੱਚ ਸ਼ਾਮਿਲ ਹੈ। ਹਾਂਜੀ, ਕਿਉਂਕਿ ਇਹ ਦੇਵਦਾਸੀ ਤੁਸੀਂ ਦੇਖ ਲਿਓ ਹੁੰਦਾ ਕੀ ਸੀ ਨਾ, ਤੁਸੀਂ YouTube ਤੇ ਦੇਖਿਓ, ਗੂਗਲ ਤੇ ਦੇਖਿਓ, ਥੋੜ੍ਹਾ ਮੈਂ ਦੱਸ ਦਿੰਦਾ ਕਿ ਇਹ ਵੀ ਇੱਕ ਪ੍ਰਥਾ ਸੀ। ਤੇ ਸਾਡੇ ਅੱਜ ਵੀ ਇੰਡੀਆ ਵਿੱਚ ਕਈ ਥਾਂ ਤੇ ਇਹ ਪ੍ਰਥਾ ਪਾਈ ਜਾਂਦੀ ਆ ਵੀ ਟੀਨਏਜਰ ਕੁੜੀਆਂ ਨੂੰ, ਛੋਟੀਆਂ ਉਮਰ ਦੀਆਂ ਕੁੜੀਆਂ ਨੂੰ ਦਾਨ ਕਰ ਦਿੱਤਾ ਜਾਂਦਾ ਸੀ ਮੰਦਰਾਂ ਵਿੱਚ, ਵੀ ਇਹ ਤਾਂ ਦੇਵ ਦੀਆਂ ਦਾਸੀਆਂ ਆ, ਤੇ ਉੱਥੇ ਉਹ ਸਾਰੀ ਉਮਰ ਕੱਟਦੀਆਂ ਆ। ਉਹ ਵੀ ਇੱਕ ਹਿਸਾਬ ਦੀ ਗੁਲਾਮੀ ਆ ਬਾਈ ਡੈਫੀਨੇਸ਼ਨ। ਤੇ ਸਿੰਪਲੀ ਗੁਲਾਮੀ ਪ੍ਰਥਾ ਵੀ ਬੇਕਾਰ ਵਿੱਚ ਸ਼ਾਮਿਲ ਹੈ ਜੀ। ਇਸ ਵਿਵਸਥਾ ਦੇ ਤਹਿਤ ਸੰਸਦ ਨੇ ਕਈ ਕਾਨੂੰਨ ਬਣਾਏ ਆ ਜੀ, ਜਿਹੜੇ ਆਹ ਪ੍ਰੋਵੀਜ਼ਨ ਸੀ ਸੰਵਿਧਾਨ ਦੇ ਵਿੱਚ, ਉਸ ਦੇ ਮੱਦੇਨਜ਼ਰ ਫਿਰ ਸਾਡੀ ਪਾਰਲੀਮੈਂਟ ਨੇ ਕਈ ਸਪੈਸੀਫਿਕਲੀ ਕਾਨੂੰਨ ਵੀ ਬਣਾ ਦਿੱਤੇ ਆ। ਪਹਿਲਾਂ ਦੇਖੋ ਜੀ ਕਿਹੜਾ ਐਕਟ ਆ, ਅਨੈਤਿਕ ਆਵਾਜਾਈ ਰੋਕਥਾਮ ਐਕਟ। ਇਹਨੂੰ ਤੁਸੀਂ ਅੰਗਰੇਜ਼ੀ 'ਚ ਪੜ੍ਹ ਲਓ ਜੀ, ਇਮੋਰਲ ਟ੍ਰੈਫਿਕਿੰਗ ਐਕਟ। ਸਿੱਧਾ ਹੀ ਹਿਊਮਨ ਤਸਕਰੀ ਤੇ ਉੱਤੇ ਇਮੋਰਲ ਟ੍ਰੈਫਿਕਿੰਗ ਐਕਟ। ਇਹ ਸਾਰੇ ਤੁਸੀਂ ਯਾਦ ਨਹੀਂ ਕਰਨੇ, ਵੈਸੇ ਤੁਹਾਨੂੰ ਪਤਾ ਹੋਣਾ ਚਾਹੀਦਾ ਹਾਂ ਵੀ ਹੈ, ਕਾਨੂੰਨ ਹੈ। ਬੌਂਡਰ ਲੇਬਰ ਸਿਸਟਮ ਅਬੋਲਿਸ਼ਨ ਐਕਟ 1976, ਬਧੂਆ ਮਜ਼ਦੂਰੀ ਦੇ ਖਿਲਾਫ। ਬੌਂਡਰ ਲੇਬਰ ਹੁੰਦਾ ਜੀ ਬਧੂਆ ਮਜ਼ਦੂਰੀ। ਸਰਕਾਰ ਮਿਨੀਮਮ ਵੇਜਸ ਐਕਟ ਵੀ ਲੈ ਕੇ ਆਈ ਸੀ 1948 ਵਿੱਚ ਹੀ, ਵੀ ਘੱਟੋ ਘੱਟ ਨਿਊਨਤਮ ਮਜ਼ਦੂਰੀ ਇੰਨੀ ਹੋਵੇ। ਕੰਟਰੈਕਟ ਲੇਬਰ ਨੂੰ ਥੋੜ੍ਹਾ ਰੈਗੂਲਰ ਕਰਨ ਲਈ ਵੀ ਸਰਕਾਰ ਐਕਟ ਲੈ ਕੇ ਆਈ ਵੀ ਤੁਸੀਂ ਠੇਕੇ ਤੇ ਜਦੋਂ ਅੱਗੇ ਮਜ਼ਦੂਰ ਰੱਖ ਲੈਂਦੇ ਆ ਤੇ ਉਹਨਾਂ ਨੂੰ ਵੀ ਕਿਸੇ ਕਾਨੂੰਨ ਦੇ ਤਹਿਤ, ਕਿਸੇ ਰੂਲ ਦੇ ਤਹਿਤ ਹੀ ਤੁਸੀਂ ਤਨਖਾਹ ਜ਼ਰੂਰ ਦੇਣੀ ਆ। ਇਕੁਅਲ ਰਿਮਿਨੇਸ਼ਨ ਐਕਟ, ਔਰਤਾਂ ਤੇ ਮਰਦਾਂ ਨੂੰ ਬਰਾਬਰ ਦੀ ਤਨਖਾਹ। ਇਹ ਇਸ ਤਰ੍ਹਾਂ ਦੇ ਪ੍ਰਸ਼ਨ ਨਾ ਉਹ ਪੁੱਛੇ ਜਾਂਦੇ ਆ ਮੀਨਸ ਵਿੱਚ। ਤੁਹਾਨੂੰ ਪੁੱਛਿਆ ਜਾ ਸਕਦਾ ਕਿ ਸਰਕਾਰ ਨੇ ਪ੍ਰੋਹਿਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਦੇ ਤਹਿਤ ਜਾਂ ਪ੍ਰੋਹਿਬਿਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸ ਲੇਬਰ, ਇਸ ਚੀਜ਼ ਦੀ ਪਾਲਣਾ ਕਰਨ ਲਈ ਕਿਹੜੇ ਕਾਨੂੰਨ ਲੈ ਕੇ ਆਏ, ਤਾਂ ਤੁਹਾਨੂੰ 2-3 ਐਕਟ ਪਤਾ ਹੋਣੇ ਚਾਹੀਦੇ ਆ। ਇਮੋਰਲ ਟ੍ਰੈਫਿਕਿੰਗ ਐਕਟ
ਬੌਂਡ ਐਂਡ ਲੇਬਰ ਸਿਸਟਮ ਐਕਟ, ਮਿਨੀਮਮ ਵੇਜਸ ਐਕਟ, ਕੰਟਰੈਕਟ ਲੇਬਰ ਐਕਟ, ਇਕੁਅਲ ਰਿਮਿਊਨਰੇਸ਼ਨ ਐਕਟ, ਇਹ ਸਾਰੀਆਂ। ਹੋ ਸਕਦਾ ਤੁਹਾਨੂੰ 1956, 76, 48, 70, 76 ਵਗੈਰਾ ਨਾ ਯਾਦ ਰਵੇ, ਪਰ ਥੋੜ੍ਹਾ ਥੋੜ੍ਹਾ ਆਹ ਜ਼ਰੂਰ ਯਾਦ ਰੱਖ ਲਿਓ ਤਾਂ ਕਿ ਪੇਪਰ ਵਿੱਚ ਕੁਛ ਨਾ ਕੁਛ ਜ਼ਰੂਰ ਲਿਖ ਕੇ ਆਇਓ। ਅੱਛਾ ਜੀ, ਹੁਣ ਆ ਜੀ ਕੁਛ ਅਪਵਾਦ ਆ ਜੀ, ਕੁਛ ਐਕਸੈਪਸ਼ਨਸ ਆ। ਉਹ ਕੀ ਹੈ ਜੀ, ਵੀ ਸਰਕਾਰ ਚਾਹੇ, ਰਾਜ ਚਾਹੇ ਤਾਂ ਕਿਸੇ ਕੁਛ ਕੰਮ ਲਈ ਕੀ ਆ, ਕੰਪਲਸਰੀ ਸਰਵਿਸ ਲੈ ਸਕਦੀ ਹੈ ਜਨਤਾ ਕੋਲੋਂ। ਰਾਜ ਜਨਤਕ ਉਦੇਸ਼ਾਂ ਲਈ ਲਾਜ਼ਮੀ ਸੇਵਾ ਲਾਗੂ ਕਰ ਸਕਦਾ ਹੈ। ਜੇ ਏਮ ਆਮ ਜਨਤਾ ਦੀ ਭਲਾਈ ਆ ਤਾਂ ਉਸ ਦੇ ਲਈ ਕੰਪਲਸਰੀ ਸਰਵਿਸ ਵਾਲੀ ਗੱਲ ਕੀਤੀ ਜਾ ਸਕਦੀ ਆ, ਵੀ ਹਾਂ ਵੀ ਆਹ ਵਾਲਾ ਕੰਮ ਕਰੋ। ਮਤਲਬ ਜਿਸ ਤਰ੍ਹਾਂ ਸਰਕਾਰ ਕਹਿ ਸਕਦੀ ਆ ਕਿ ਜੇ ਕੋਈ ਰਿਸ਼ਟ ਪੁਸ਼ਟ ਬੰਦਾ ਆ ਉਹ 2 ਸਾਲ ਲਈ ਫੌਜੀ ਸੇਵਾ ਕਰੇ। ਸਰਕਾਰ ਕਹਿ ਸਕਦੀ ਆ ਕਿ ਹਰ ਨਾਗਰਿਕ ਦਾ ਫਰਜ਼ ਆ ਕਿ ਉਹ 1 ਸਾਲ ਲਈ 2 ਸਾਲ ਲਈ ਸਮਾਜ ਸੇਵਾ ਕਰੇ। ਠੀਕ, ਇਸ ਤਰ੍ਹਾਂ ਦੀ ਗੱਲ ਕਹਿ ਸਕਦੀ ਸਰਕਾਰ, ਕੰਡੀਸ਼ਨਾਂ ਲਗਾ ਕੇ ਤੇ ਕਹਿ ਸਕਦੀ ਵੀ ਆਹ ਕੰਮ ਕਰੋ। ਪਰ ਜਦੋਂ ਸਰਕਾਰ ਇਸ ਤਰ੍ਹਾਂ ਕਰੇਗੀ ਤਾਂ ਉਹ ਇਹ ਨਹੀਂ ਕਹਿ ਸਕਦੀ ਕਿ ਇੱਕ ਕਾਸਟ ਵਾਲੇ ਲੋਕ ਇਹ ਨਾ ਕਰਨ। ਉਸ ਵੇਲੇ ਕੀ ਆ, ਜਾਂ ਇੱਕ ਧਰਮ ਵਾਲੇ ਲੋਕ ਇਸ ਤਰ੍ਹਾਂ ਨਾ ਕਰਨ। ਜੇ ਸਰਕਾਰ ਨੇ ਕੁਛ ਕੰਪਲਸ਼ਨ ਲਾਈ ਆ ਕੰਮ ਕਰਨ ਦੀ, ਉਹ ਸਾਰਿਆਂ ਉੱਤੇ ਲਾਗੂ ਹੁੰਦੀ ਆ। ਫਿਰ ਰਾਜ ਇਹਨਾਂ ਸੇਵਾਵਾਂ ਲਈ ਭੁਗਤਾਨ ਕਰਨ ਲਈ ਪਾਬੰਦ ਨਹੀਂ ਹੈ। ਜੇ ਸਰਕਾਰ ਨੇ ਕਹਿ ਤਾ ਕਿ ਸਾਰੇ ਸਮਾਜ ਸੇਵਾ ਕਰੋ 1 ਸਾਲ ਲਈ, ਜਾਂ ਕੁਛ ਸੇਵਾ ਕਰੋ, ਜਾਂ ਫੌਜੀ ਸੇਵਾ ਨਿਭਾਓ, ਤਾਂ ਇਹਦਾ ਜ਼ਰੂਰੀ ਨਹੀਂ ਮਤਲਬ ਕਿ ਸਰਕਾਰ ਇਸ ਚੀਜ਼ ਲਈ ਉਹਨਾਂ ਸਾਰਿਆਂ ਨੂੰ ਪੈਸੇ ਦੇਵੇਗੀ, ਉਹਨਾਂ ਦੀ ਤਨਖਾਹ ਦੇਵੇਗੀ। ਸਰਕਾਰ ਅੰਡਰ ਨੋ ਕੰਪਲਸ਼ਨ, ਸਰਕਾਰ ਦੇ ਉੱਤੇ ਕੋਈ ਕੰਪਲਸ਼ਨ ਨਹੀਂ ਹੈ ਕਿ ਉਹ ਭੁਗਤਾਨ ਕਰੇ ਇਹ ਸੇਵਾਵਾਂ ਲਈ। ਹਾਲਾਂਕਿ ਰਾਜ ਅਜਿਹੀ ਸੇਵਾ ਲਾਗੂ ਕਰਦੇ ਸਮੇਂ ਸਿਰਫ ਧਰਮ, ਨਸਲ, ਜਾਤ ਜਾਂ ਵਰਗ, ਰਿਲੀਜਨ, ਰੇਸ, ਕਾਸਟ ਜਾਂ ਕਲਾਸ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕਰ ਸਕਦਾ। ਰਾਜ ਇਹ ਨਹੀਂ ਕਹਿ ਸਕਦਾ ਕਿ ਵੀ ਆਹ ਵਾਲੀ ਕੰਡੀਸ਼ਨ ਆ ਸਿਰਫ ਕੁਛ ਧਰਮਾਂ ਲਈ ਆ, ਕੁਛ ਧਰਮ ਐਗਜ਼ੈਪਟ ਆ, ਕੁਛ ਧਰਮਾਂ ਨੂੰ ਛੋਟ ਆ। ਨਹੀਂ, ਜੋ ਰਾਜ ਨੇ ਇਸ ਤਰ੍ਹਾਂ ਦੀਆਂ ਸੇਵਾਵਾਂ ਲਾਗੂ ਕੀਤੀਆਂ ਤਾਂ ਉਹ ਸਾਰਿਆਂ ਲਈ ਲਾਗੂ ਹੋਣੀਆਂ, ਸਾਰੇ ਧਰਮਾਂ, ਨਸਲਾਂ, ਜਾਤਾਂ ਦੇ ਵਰਗ ਦੇ ਲੋਕਾਂ ਦੇ ਲਈ। ਇਸੇ ਅਧਿਕਾਰ ਵਿੱਚ ਅਗਲਾ ਅਧਿਕਾਰ ਹੈ ਜੀ, ਅਗਲਾ ਆਰਟੀਕਲ ਹੈ ਫੈਕਟਰੀਆਂ ਆਦਿ ਵਿੱਚ ਬੱਚਿਆਂ ਦੇ ਰੁਜ਼ਗਾਰ ਦੀ ਮਨਾਹੀ, ਰਾਈਟ ਅਗੇਂਸਟ ਐਕਸਪਲੋਇਟੇਸ਼ਨ ਵਿੱਚ। ਦੂਸਰਾ ਅਧਿਕਾਰ ਹੈ ਫੈਕਟਰੀਆਂ ਵਗੈਰਾ ਵਿੱਚ ਬੱਚਿਆਂ ਦੇ ਰੁਜ਼ਗਾਰ ਦੀ ਮਨਾਹੀ, ਅੰਡਰ ਆਰਟੀਕਲ 24। ਇਹ ਫੰਡਾਮੈਂਟਲ ਰਾਈਟਸ ਦੇ ਜਿਹੜੇ ਅਸੀਂ ਆਹ ਅਧਿਕਾਰ ਪੜ੍ਹਦੇ ਪਏ ਨਾ, ਸਾਰੇ ਦੇ ਸਾਰੇ ਆਰਟੀਕਲ ਇੰਪੋਰਟੈਂਟ ਆ। ਪੇਪਰ 'ਚ ਪੁੱਛਿਆ ਜਾ ਸਕਦਾ ਵੀ ਆਹ ਵਾਲਾ ਅਧਿਕਾਰ ਕਿਹੜੇ ਆਰਟੀਕਲ ਦੇ ਤਹਿਤ ਆਉਂਦਾ, ਇਸ ਤਰ੍ਹਾਂ ਦੀਆਂ ਗੱਲਾਂ ਪੁੱਛੀਆਂ ਜਾ ਸਕਦੀਆਂ। ਕੀ ਹੈ ਜੀ, ਕਿਸੇ ਵੀ ਖਾਨ, ਮਾਈਨ ਵਗੈਰਾ ਜਿੱਥੋਂ ਧਾਤੂਆਂ ਵਗੈਰਾ ਜਾਂ ਮਿਨਰਲਸ ਕੱਢੀ ਦੇ ਆ, ਫੈਕਟਰੀ ਵਿੱਚ ਜਾਂ ਹੋਰ ਖਤਰਨਾਕ ਗਤੀਵਿਧੀਆਂ ਵਿੱਚ, ਇਹ ਯਾਦ ਰੱਖਣਾ, ਖਤਰਨਾਕ ਗਤੀਵਿਧੀਆਂ, ਇਹ ਚਾਹੇ ਫੈਕਟਰੀ ਹੋ ਸਕਦੀ ਆ, ਕੋਈ ਖਾਨ ਹੋ ਸਕਦੀ ਆ, ਜਾਂ ਕੋਈ ਹੋਰ ਖਤਰਨਾਕ ਗਤੀਵਿਧੀਆਂ ਹੋ ਸਕਦੀਆਂ, ਉਹਨਾਂ ਵਿੱਚ ਬੱਚਿਆਂ ਦੇ ਰੁਜ਼ਗਾਰ ਦੀ ਮਨਾਹੀ ਹੈ। ਬੱਚੇ ਉਹਨਾਂ ਵਿੱਚ ਕੰਮ ਧੰਦਾ ਨਹੀਂ ਕਰ ਸਕਦੇ। ਬੱਚੇ ਦਾ ਇੱਥੇ ਮਤਲਬ ਆ 14 ਸਾਲ ਤੋਂ ਘੱਟ ਉਮਰ ਦੇ। ਠੀਕ ਹੈ ਜੀ, ਤਾਂ ਇਸ ਗੱਲ ਨੂੰ, ਇਸ ਅਧਿਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਕਾਨੂੰਨ ਬਣਾਏ ਗਏ। ਇਹ ਜੋ ਲੇਟੈਸਟ ਕਾਨੂੰਨ ਆ ਨਾ, ਤੁਸੀਂ ਉੱਤੇ ਜ਼ਿਆਦਾ ਫੋਕਸ ਕਰਨਾ। ਜੋ ਸਰਕਾਰ ਨੇ ਕਾਨੂੰਨ ਬਣਾਇਆ ਹੋਏਗਾ ਬਾਲ ਮਜ਼ਦੂਰੀ ਐਕਟ ਲੇਟੈਸਟ, ਕਿਉਂਕਿ ਉਸ ਵਿੱਚ ਹੁੰਦਾ ਆ ਕਿ 14 ਸਾਲ ਤੋਂ ਘੱਟ ਜਾਂ 14 ਸਾਲ ਤੋਂ ਵੱਧ ਕਿਹੜੇ ਕਿੱਤਿਆਂ ਵਿੱਚ ਉਹਨਾਂ ਨੂੰ ਕੰਮ ਕਰਨ ਦੀ ਅਨੁਮਤੀ ਦਿੱਤੀ ਗਈ ਹੈ ਜਾਂ ਨਹੀਂ ਦਿੱਤੀ ਗਈ, ਉਹ ਐਕਟ ਤੈਅ ਕਰੇਗਾ। ਪਹਿਲਾਂ ਨਾ 1986 ਵਿੱਚ ਬਾਲ ਮਜ਼ਦੂਰੀ ਪ੍ਰਬੰਧਨ ਅਤੇ ਨਿਯਮ ਐਕਟ ਬਣਿਆ ਸੀ ਜੀ, ਚਾਈਲਡ ਲੇਬਰ ਪ੍ਰੋਹਿਬਿਸ਼ਨ ਐਂਡ ਰੈਗੂਲੇਸ਼ਨ ਐਕਟ 1986, ਵੀ ਬਾਲ ਮਜ਼ਦੂਰੀ ਨੂੰ ਮਨਾ ਕਰਨਾ, ਨਹੀਂ ਹੋਣ ਦੇਣੀ ਤੇ ਉਹਨੂੰ ਰੈਗੂਲੇਟ ਕਰਨਾ। ਫਿਰ 2005 ਵਿੱਚ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਕਮਿਸ਼ਨ ਬਣਿਆ ਜੀ, ਦ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਐਕਟ 2005, ਵੀ ਹਾਂ ਵੀ ਬੱਚਿਆਂ ਦੇ ਅਧਿਕਾਰਾਂ ਨੂੰ ਦੇਖਣ ਲਈ ਇੱਕ ਕਮਿਸ਼ਨ ਬਣਾਓ। ਸੈਂਟਰਲ ਲੈਵਲ ਤੇ ਕਮਿਸ਼ਨ ਬਣਾਓ ਤੇ ਸਟੇਟ ਲੈਵਲ ਤੇ ਵੀ ਕਮਿਸ਼ਨ ਵਗੈਰਾ ਕੁਝ ਬਣਾਓ। ਇਸ ਐਕਟ ਦੇ ਤਹਿਤ ਇੱਕ ਰਾਸ਼ਟਰੀ ਕਮਿਸ਼ਨ ਦੀ ਸਥਾਪਨਾ ਲਈ ਕਾਨੂੰਨ ਬਣਾਇਆ ਗਿਆ ਸੀ, ਵੀ ਕਾਨੂੰਨ ਬਣਾਇਆ ਕਿ ਇੱਕ ਨੈਸ਼ਨਲ ਲੈਵਲ ਤੇ ਰਾਸ਼ਟਰੀ ਕਮਿਸ਼ਨ ਬਣਾਓ, ਰਾਸ਼ਟਰੀ ਕਮਿਸ਼ਨ। ਠੀਕ ਹੈ ਜੀ, ਅਤੇ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਰਾਜ ਕਮਿਸ਼ਨਾਂ ਦੀ ਸਥਾਪਨਾ ਕੀਤੀ ਗਈ ਸੀ। ਠੀਕ ਹੈ ਜੀ, ਸਟੇਟ ਲੈਵਲ ਤੇ ਵੀ ਕਮਿਸ਼ਨ ਬਣਾ ਦਿਓ। ਠੀਕ ਹੈ ਜੀ, ਨਾਲ ਹੀ ਬਾਲ ਅਧਿਕਾਰਾਂ ਨਾਲ ਸੰਬੰਧਿਤ ਕੇਸਾਂ ਦੀ ਤੇਜ਼ੀ ਨਾਲ ਸੁਣਵਾਈ ਕਰਨ ਲਈ ਬਾਲ ਅਦਾਲਤਾਂ ਦੀ ਸਥਾਪਨਾ ਕੀਤੀ ਗਈ ਸੀ। ਇਹਨਾਂ ਕਾਨੂੰਨਾਂ ਤਹਿਤ ਵੀ ਜਿਹੜੇ ਬਾਲ ਅਧਿਕਾਰਾਂ ਨਾਲ ਸੰਬੰਧਿਤ ਕੇਸ ਆ ਉਹ ਲਟਕਦੇ ਨਾ ਰਹਿਣ, ਉਹਨਾਂ ਦੀ ਸੁਣਵਾਈ ਤੇਜ਼ੀ ਨਾਲ ਹੋਵੇ। ਠੀਕ, ਤਾਂ ਇਸ ਲਈ ਬਾਲ ਅਦਾਲਤ, ਚਾਈਲਡ ਕੋਰਟ ਸਪੈਸ਼ਲ ਕੋਰਟ ਬਣਾ ਦਿਓ ਬੱਚਿਆਂ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ। ਓਕੇ ਜੀ, ਅੱਗੇ ਹੈ ਜੀ ਧਰਮ ਦੀ ਆਜ਼ਾਦੀ ਦਾ ਅਧਿਕਾਰ।
है ना, फ्रीडम ऑफ रिलीजन। इस दे तहत पहला अधिकार है जी आर्टिकल 25 के तहत, आर्टिकल 25 के तहत पहला अधिकार किहड़ा आ, जमीर की आज़ादी, मतलब पर्सनल लैवल ते। आर्टिकल 25 डील करता है पर्सनल लैवल ते, व्यक्तिगत पद्धर ते किसी बंदे नूं जमीर की आज़ादी। जमीर इत्थे है जी मतलब कॉन्साइंस हुंदा जी साडी अंतरात्मा की आवाज़, साडी अंदरली आवाज़। ਜਦੋਂ ਮੰਨ ਲਓ ਕੁਝ ਗਲਤ ਹੋਇਆ ਤੇ ਫਿਰ ਵੀ ਸਾਡੇ ਨਾ ਅਸੀਂ ਭਾਵੇਂ ਬਾਹਰੋਂ ਕੁਝ ਕਹੀ ਜਾਈਏ ਪਰ ਸਾਡੇ ਇੱਕ ਅੰਦਰਲੀ ਨਿਊਟਰਲ ਜਿਹੀ ਆਵਾਜ਼ ਆਉਂਦੀ ਆ, ਸਾਡੀ ਕੌਨਸਾਇੰਸ ਦੀ ਆਵਾਜ਼, ਸਾਡੇ ਜ਼ਮੀਰ ਦੀ ਆਵਾਜ਼, ਠੀਕ, ਉਹਨੂੰ ਕਹਿੰਦੀ ਕੌਨਸਾਇੰਸ, ਵੀ ਸਾਡੇ ਅੰਤਰਾਤਮਾ ਦੀ ਆਵਾਜ਼ ਕੀ ਕਹਿੰਦੀ ਆ। ਜੋ ਸਾਡੀ ਅੰਤਰਾਤਮਾ ਆ ਉਸ ਦੀ ਆਜ਼ਾਦੀ, ਜੋ ਸਾਨੂੰ ਚੰਗਾ ਲੱਗਦਾ ਆ, ਉਹ ਐਕਚੁਅਲੀ ਉਹ ਕੌਨਸਾਇੰਸ ਦੀ ਆਵਾਜ਼ ਥੋੜੀ ਨਿਸ਼ਪਕਸ਼ ਮੰਨੀ ਜਾਂਦੀ ਹੈ, ਨਿਊਟਰਲ ਮੰਨੀ ਜਾਂਦੀ ਹੈ, ਤਾਂ ਉਹਦੀ ਆਜ਼ਾਦੀ। ਇਹ ਕੋਈ ਚੀਜ਼ ਮੈਨੂੰ ਕੋਈ ਕਿਸੇ ਦੇ ਪ੍ਰਵਚਨ ਜਾਂ ਕੋਈ ਧਾਰਮਿਕ ਫਿਰਕਾ ਜਾਂ ਕੁਛ ਵੀ ਵਿਸ਼ਵਾਸ ਮੈਨੂੰ ਚੰਗੇ ਲੱਗਦੇ ਆ ਅੰਦਰੋਂ, ਤੇ ਉਹ ਮੇਰਾ ਆਪਣਾ ਆ। ਕੌਨਸਾਇੰਸ ਮੀਨ ਇੱਥੇ ਇਹ ਵੀ ਹੈ ਕਿ ਮੈਂ ਆਪਣਾ ਅੰਦਰਲਾ ਉਸ ਪਰਮਾਤਮਾ ਦੇ ਨਾਲ ਕਿਸ ਤਰ੍ਹਾਂ ਜੋੜ ਸਕਦਾ। ਅੱਗੇ ਪੜ੍ਹਦੇ ਹਾਂ ਆਪਾਂ। ਜ਼ਮੀਰ ਦੀ ਆਜ਼ਾਦੀ, ਕੌਨਸਾਇੰਸ ਦੀ ਆਜ਼ਾਦੀ, ਕਿਸੇ ਧਰਮ ਨੂੰ ਅਪਣਾਉਣਾ, ਠੀਕ, ਪ੍ਰੋਫੈਸ ਕਰਨਾ, ਉਸ ਦੀ ਪ੍ਰੈਕਟਿਸ ਕਰਨੀ, ਅਭਿਆਸ ਕਰਨਾ ਅਤੇ ਉਸ ਦਾ ਪ੍ਰਚਾਰ ਕਰਨਾ, ਪ੍ਰੋਪੇਗੇਟ ਕਰਨਾ, ਇਸ ਦਾ ਵੀ ਅਧਿਕਾਰ ਹੈ। ਥੋੜ੍ਹਾ ਪੜ੍ਹਦੇ ਹਾਂ ਜੀ। ਪਹਿਲਾ ਹੈ ਜੀ ਜ਼ਮੀਰ ਦੀ ਆਜ਼ਾਦੀ, ਠੀਕ ਹੈ ਨਾ, ਫਰੀडम ਆਫ ਕੌਨਸਾਇੰਸ। ਇਸ ਦੇ ਤਹਿਤ ਰੱਬ ਨਾਲ ਸੰਬੰਧਾਂ ਦਾ ਪ੍ਰਬੰਧਨ ਕਰਨ ਦੀ ਅੰਦਰੂਨੀ ਆਜ਼ਾਦੀ ਹੈ ਕਿ ਮੈਂ ਜਿਸ ਰੂਪ ਵਿੱਚ ਚਾਹਾਂ ਉਸ ਰੂਪ ਵਿੱਚ ਆਪਣੇ ਰੱਬ ਨਾਲ ਸੰਬੰਧ ਸਥਾਪਿਤ ਕਰ ਸਕਦਾ ਹਾਂ, ਠੀਕ। ਇਨਰ ਫਰੀडम ਆ ਮੇਰੀ ਅੰਦਰੂਨੀ ਆਜ਼ਾਦੀ ਆ ਆਫ ਮੈਨੇਜਿੰਗ ਰਿਲੇਸ਼ਨਸ ਵਿਦ ਕ੍ਰੀਏਚਰ ਜਾਂ ਗॉड, ਵੀ ਉਹ ਜਿਹੜਾ ਪਰਮਾਤਮਾ ਆ, ਉਹ ਜਿਹੜਾ ਕਰਤਾ ਧਰਤਾ ਆ ਪੂਰੀ ਸ੍ਰਿਸ਼ਟੀ ਦਾ, ਕੋਈ ਜੋ ਵੀ ਸੁਪਰ ਨੈਚੁਰਲ ਪਾਵਰ ਆ, ਮੈਂ ਉਸ ਦੇ ਨਾਲ ਆਪਣੇ ਹਿਸਾਬ ਨਾਲ ਸੰਬੰਧ ਬਣਾ ਸਕਦਾ, ਠੀਕ। ਮੇਰੀ ਅੰਦਰਲੀ ਫਰੀडम ਆ, ਰੱਬ ਨਾਲ ਸੰਬੰਧਾਂ ਦਾ ਪ੍ਰਬੰਧਨ ਕਰਨ ਦੀ ਅੰਦਰੂਨੀ ਆਜ਼ਾਦੀ ਹੈ। ਇਸ ਲਈ ਕੋਈ ਧਾਰਮਿਕ ਲੀਡਰ ਮੈਨੂੰ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ, ਕੋਈ ਹੋਰ ਬੰਦਾ ਜਾਂ ਕੋਈ ਹੋਰ ਇਨਸਾਨ ਮੈਨੂੰ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਇਹ ਮੇਰੀ ਕੌਨਸਾਇੰਸ ਦੀ ਆਜ਼ਾਦੀ ਆ। ਅੱਗੇ ਹੈ ਜੀ ਪ੍ਰੋਫੈਸ ਕਰਨ ਦਾ ਅਧਿਕਾਰ, ਅਪਣਾਉਣ ਦਾ ਅਧਿਕਾਰ। ਮੈਂ ਕਿਸੇ ਵੀ ਧਰਮ ਜਾਂ ਫੇਥ ਨੂੰ ਵਿਸ਼ਵਾਸਾਂ ਵਿੱਚ ਉਸ ਵਿੱਚ ਆਪਣਾ ਵਿਸ਼ਵਾਸ ਦੀ ਪੁਸ਼ਟੀ ਕਰਨਾ, ਹੈ ਨਾ। ਮੈਂ ਕਿਸੇ ਵੀ ਧਰਮ ਜਾਂ ਵਿਸ਼ਵਾਸ ਵਿੱਚ, ਫੇਥ ਵਿੱਚ ਆਪਣਾ ਬਲੀਫ ਰੱਖ ਸਕਦਾ ਹਾਂ। ਕੋਈ ਧਰਮ ਹੋ ਸਕਦਾ, ਕੋਈ ਸੈਕਟ ਹੋ ਸਕਦਾ, ਜਾਂ ਕੋਈ ਸੈਟ ਆਫ ਬਲੀਫ ਹੋ ਸਕਦਾ, ਮੈਂ ਉਸ ਵਿੱਚ ਫੇਥ ਰੱਖ ਸਕਦਾ, ਉਹਨੂੰ ਪ੍ਰੋਫੈਸ ਕਰਨਾ, ਉਸਨੂੰ ਅਪਣਾਉਣਾ, ਇਹ ਵੀ ਮੇਰਾ ਅਧਿਕਾਰ ਆ, ਠੀਕ। ਕੋਈ ਮੈਨੂੰ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਕਿ ਤੂੰ ਉਹਨੂੰ ਕਿਉਂ ਮੰਨਦਾ ਆ ਤੇ ਇਹਨੂੰ ਕਿਉਂ ਮੰਨਦਾ ਆ, ਤੂੰ ਇਹਨੂੰ ਹੀ ਮੰਨ, ਠੀਕ ਆ। ਆਪਾਂ ਡਿਸਕਸ਼ਨ ਕਰਦੇ ਹਾਂ ਵੀ ਆਹ ਟੀਚਿੰਗ ਕੀ ਕਹਿੰਦੀਆਂ, ਉਹ ਟੀਚਿੰਗ ਕੀ ਕਹਿੰਦੀਆਂ, ਪਰ ਮੈਂ ਕਿਹਨੂੰ ਮੰਨਣਾ ਉਹ ਮੇਰਾ ਪਰਸਨਲ ਆ, ਕੋਈ ਮੈਨੂੰ ਡਿਕਟੇਟ ਨਹੀਂ ਕਰ ਸਕਦਾ। ਇਹ ਮੇਰਾ ਪ੍ਰੋਫੈਸ ਕਰਨ ਦਾ ਅਧਿਕਾਰ ਆ, ਕੋਈ ਧਰਮ ਜਾਂ ਧਾਰਮਿਕ ਸਿੱਖਿਆਵਾਂ ਨੂੰ ਜਾਂ ਕਿਸੇ ਵੀ ਫੇਥ ਨੂੰ ਅਪਣਾਉਣ ਦਾ ਮੇਰਾ ਆਪਣਾ ਅਧਿਕਾਰ ਹੈ। ਤੀਸਰਾ ਹੈ ਜੀ ਪ੍ਰੋਫੈਸ ਹੋ ਗਿਆ। ਇਹਦੇ ਵਿੱਚ ਇੱਕ ਹੋਰ ਐਂਗਲ ਆ, ਕੋਈ ਵੀ ਆਪਣੇ ਵਿਸ਼ਵਾਸਾਂ ਦਾ ਖੁੱਲ੍ਹ ਕੇ ਐਲਾਨ ਕਰ ਸਕਦਾ ਹੈ, ਤੇ ਮੈਂ ਜਿਸ ਵਿੱਚ ਵਿਸ਼ਵਾਸ ਕਰਦਾ ਨਾ, ਮੈਂ ਉਹਨੂੰ ਐਕਸਪ੍ਰੈਸ ਵੀ ਕਰ ਸਕਦਾ ਵੀ ਹਾਂ ਵੀ ਮੇਰਾ ਵਿਸ਼ਵਾਸ ਇਹਦੇ ਵਿੱਚ ਆ, ਠੀਕ ਹੈ ਨਾ। ਵਨ ਕੈਨ ਫ੍ਰੀਲੀ ਡਿਕਲੇਅਰ ਵਨਸ ਬਲੀਫ ਔਰ ਫੇਥ, ਮੈਂ ਡਿਕਲੇਅਰ ਵੀ ਕਰ ਸਕਦਾ ਜੋ ਮੈਨੂੰ ਚੰਗਾ ਲੱਗਦਾ, ਜੋ ਮੈਨੂੰ ਵਿਸ਼ਵਾਸ ਚੰਗੇ ਲੱਗਦੇ, ਜਿਨ੍ਹਾਂ 'ਚ ਮੇਰਾ ਵਿਸ਼ਵਾਸ ਆ, ਠੀਕ, ਜੋ ਮੇਰਾ ਕੀ ਆ, ਮੇਰੀ ਬਲੀਫ ਆ, ਮੈਂ ਉਸਨੂੰ ਡਿਕਲੇਅਰ ਵੀ ਕਰ ਸਕਦਾ। ਇਹ ਹੈ ਸਾਡੇ ਸੰਵਿਧਾਨ ਨੇ ਸਾਨੂੰ ਅਧਿਕਾਰ ਦਿੱਤੇ ਹੋਏ। ਧਾਰਾ 25 ਦੇ ਤਹਿਤ ਕਿਰਪਾਨ ਪਹਿਨਣਾ ਅਤੇ ਲੈ ਕੇ ਚੱਲਣਾ ਸਿੱਖ ਧਰਮ ਵਿੱਚ ਸ਼ਾਮਿਲ ਹੈ। ਅੰਡਰ ਆਰਟੀਕਲ 25 bearing and carrying of ਕਿਰਪਾਨਸ is included in the profession of the Sikh religion, ਵੀ ਹਾਂ ਵੀ ਇਹ ਸਿੱਖ ਧਰਮ ਦਾ ਕੀ ਆ, ਪ੍ਰੋਫੈਸ਼ਨ ਆ। ਪ੍ਰੋਫੈਸ਼ਨ ਮਤਲਬ ਉਸਨੂੰ ਜਿਹੜਾ ਬੰਦਾ ਸਿੱਖ ਧਰਮ ਅਪਣਾਉਂਦਾ ਆ, ਤਾਂ ਸਿੱਖ ਧਰਮ ਵਿੱਚ ਇਹ ਅਧਿਕਾਰ ਹੈਗਾ ਆ ਕਿ ਉਹ ਕੀ ਆ, ਕਿਰਪਾਨ ਧਾਰਨ ਕਰ ਸਕਦਾ ਆ ਤੇ ਕਿਰਪਾਨ ਲੈ ਕੇ ਵੀ ਜਾ ਸਕਦਾ, ਠੀਕ ਹੈ ਜੀ। ਅੱਛਾ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪਾਰਲੀਮੈਂਟ 'ਚ ਕਿਰਪਾਨ ਲੈ ਕੇ ਜਾਓਗੇ, ਪਾਰਲੀਮੈਂਟ ਦੀ ਆਪਣੀ ਮਰਿਆਦਾ ਆ, ਠੀਕ ਆ। ਜਦੋਂ ਤੁਸੀਂ ਪਾਰਲੀਮੈਂਟ 'ਚ ਜਾਂਦੇ ਹੋ ਉਹਦੀ ਆਪਣੀ ਮਰਿਆਦਾ ਆ। ਇਨ ਜਨਰਲ ਤੁਹਾਨੂੰ ਕਿਰਪਾਨ ਰੱਖਣ ਦੀ ਆਜ਼ਾਦੀ ਹੈਗੀ ਆ, ਪਰ ਇਹ ਮੈਂ ਕੰਟੈਕਸਟ 'ਚ ਗੱਲ ਕਰ ਰਿਹਾ ਕਿ ਜਿੱਦਾਂ ਸਿਮਰਨਜੀਤ ਸਿੰਘ ਮਾਨ ਜੀ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਮੈਂਬਰ ਆਫ ਪਾਰਲੀਮੈਂਟ ਤੋਂ, ਇਸ ਗੱਲ ਕਰਕੇ ਕਿ ਮੈਨੂੰ ਮੇਰੇ ਧਰਮ ਦੀ ਆਜ਼ਾਦੀ ਨਹੀਂ ਆ, ਕਿ ਮੈਂ ਪਾਰਲੀਮੈਂਟ 'ਚ ਕਿਰਪਾਨ ਨਹੀਂ ਲੈ ਕੇ ਜਾ ਸਕਦਾ, ਇਸ ਲਈ ਮੈਂ ਅਸਤੀਫਾ ਦਿੰਦਾ। ਤੇ ਪਰ ਕਿਉਂਕਿ ਸਾਨੂੰ ਸਮਝਣਾ ਪੈਣਾ ਆ ਕਿ ਪਾਰਲੀਮੈਂਟ ਦੀ ਆਪਣੀ ਮਰਿਆਦਾ ਹੁੰਦੀ ਆ, ਹਰੇਕ ਸੰਸਥਾ ਦੀ ਆਪਣੀ ਮਰਿਆਦਾ ਹੁੰਦੀ ਆ। ਅੱਗੇ ਚੱਲਦੇ ਜੀ। ਅੱਗੇ ਹੈ ਜੀ ਪ੍ਰੈਕਟਿਸ ਕਰਨ ਦਾ ਅਧਿਕਾਰ, ਅਭਿਆਸ ਕਰਨ ਦਾ ਅਧਿਕਾਰ। ਅਭਿਆਸ ਦਾ ਮਤਲਬ ਕਿ ਜੋ ਉਸ ਧਰਮ ਦੀਆਂ ਰਸਮਾਂ ਰੀਤਾਂ ਆ, ਮੈਂ ਉਸਨੂੰ ਨਿਭਾ ਸਕਦਾ ਆ। ਮੈਂ ਮਤਲਬ ਨਾਗਰਿਕ, ਵਿਅਕਤੀ, ਪੀਪਲ।
ਵਿਅਕਤੀ ਆਪਣੇ ਧਾਰਮਿਕ ਅਭਿਆਸ ਕਰ ਸਕਦਾ ਹੈ। ਇਸ ਵਿੱਚ ਧਾਰਮਿਕ ਪੂਜਾ, ਰੀਤੀ ਰਿਵਾਜ, ਰਸਮਾਂ ਦਾ ਪ੍ਰਦਰਸ਼ਨ ਸ਼ਾਮਿਲ ਹੈ। ਠੀਕ ਹੈ ਨਾ। ਅੱਛਾ, ਅਸੀਂ ਅੱਗੇ ਪੜਾਂਗੇ ਕਿ ਇਹਨਾਂ ਉੱਤੇ ਲਿਮਿਟੇਸ਼ਨਸ ਵੀ ਆ। ਧਰਮ ਦਾ ਮਤਲਬ ਇਹ ਨਹੀਂ ਤੁਸੀਂ ਬਲੀਆਂ ਦਿੰਦੇ ਫਿਰੋ। ਧਰਮ ਦਾ ਮਤਲਬ ਇਹ ਨਹੀਂ ਕਿ ਤੁਸੀਂ ਮਤਲਬ ਕਿ ਇਮੋਰਲ ਐਕਟ ਕਰਦੇ ਫਿਰੋ, ਪ੍ਰਤਾੜਨਾ ਕਰਦੇ ਫਿਰੋ। ਇਹਦੇ ਉੱਤੇ ਪ੍ਰੋਪਰ ਲਿਮਿਟੇਸ਼ਨਸ ਹੈ, ਉਹ ਅਸੀਂ ਅੱਗੇ ਜਾ ਕੇ ਪੜ੍ਹਦੇ ਹਾਂ। ਅੱਗੇ ਹੈ ਜੀ ਪ੍ਰਚਾਰ ਕਰਨ ਦਾ, ਹੈ ਨਾ। ਆਪਣੇ ਧਰਮ ਦਾ ਤੁਸੀਂ ਆਪਣੇ ਬਿਲੀਫਸ ਦਾ ਪ੍ਰਚਾਰ ਵੀ ਕਰ ਸਕਦੇ ਆ, ਇਹਦਾ ਵੀ ਅਧਿਕਾਰ ਹੈ। ਕੋਈ ਵਿਅਕਤੀ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਦੂਜਿਆਂ ਤੱਕ ਪ੍ਰਚਾਰ ਸਕਦਾ ਹੈ, ਪਰ ਕਿਸੇ ਦੇ ਧਰਮ ਦਾ ਪ੍ਰਚਾਰ ਕਰਨ ਦੇ ਅਧਿਕਾਰ ਵਿੱਚ ਧਰਮ ਪਰਿਵਰਤਨ ਦਾ ਅਧਿਕਾਰ ਸ਼ਾਮਿਲ ਨਹੀਂ ਹੈ। ਮੈਂ ਦੂਸਰੇ ਲੋਕਾਂ ਤੱਕ ਆਪਣੇ ਧਰਮ ਦੀ ਸਿੱਖਿਆਵਾਂ ਦਾ ਪ੍ਰਚਾਰ ਕਰ ਸਕਦਾ ਹਾਂ, ਪਰ ਮੈਂ ਦੂਸਰੇ ਨੂੰ ਫੋਰਸੀਬਲੀ ਕਨਵਰਟ ਨਹੀਂ ਕਰਾ ਸਕਦਾ ਆਪਣੇ ਧਰਮ ਵਿੱਚ। ਇਹ ਮੌਲਿਕ ਅਧਿਕਾਰ ਨਹੀਂ ਆ। ਧਰਮ ਪਰਿਵਰਤਨ ਦਾ ਅਧਿਕਾਰ ਮੌਲਿਕ ਅਧਿਕਾਰ ਨਹੀਂ ਆ। ਭਾਵ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਜ਼ਬਰਦਸਤੀ ਆਪਣੇ ਧਰਮ ਵਿੱਚ ਤਬਦੀਲ ਨਹੀਂ ਕਰ ਸਕਦਾ। ਜ਼ਬਰਦਸਤੀ ਆਪਣੇ ਧਰਮ ਵਿੱਚ ਤਬਦੀਲ ਨਹੀਂ ਕਰ ਸਕਦਾ। ਜ਼ਬਰਦਸਤੀ ਧਰਮ ਪਰਿਵਰਤਨ ਜ਼ਮੀਰ ਦੀ ਆਜ਼ਾਦੀ ਦੇ ਵਿਰੁੱਧ ਹੈ। ਇੱਕ ਗੱਲ ਹੋ ਗਈ। ਤੇ ਦੂਸਰੀ ਗੱਲ, ਜਦੋਂ ਤੁਸੀਂ ਸੋਚ ਕੇ ਦੇਖੋ ਨਾ, ਜਦੋਂ ਤੁਸੀਂ ਕਿਸੇ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰੋਗੇ, ਉਹਦੀ ਅੰਤਰ ਆਤਮਾ ਦੀ ਆਵਾਜ਼ ਦੇ ਖਿਲਾਫ ਜਾਓਗੇ, ਤਾਂ ਉਹਦਾ ਜਿਹੜਾ ਰਾਈਟ ਫਰੀडम ऑफ ਕੰਸਾਇੰਸ ਆ ਨਾ, ਧਰਮ ਜ਼ਮੀਰ ਦੀ ਆਜ਼ਾਦੀ, ਉਹਦੀ ਅਗੇਂਸਟ ਗੱਲ ਹੋ ਜਾਣੀ ਆ, ਉਹਦੇ ਵਿਰੁੱਧ ਹੋ ਜਾਂਦੀ ਗੱਲ। ਇਹਦਾ ਮਤਲਬ ਉੱਥੇ ਵੀ ਇਹ ਗੱਲ ਕੀ ਆ, ਫਿਰ ਗਲਤ ਸਾਬਿਤ ਹੋ ਗਈ। ਜ਼ਬਰਦਸਤੀ ਨਹੀਂ ਕਰ ਸਕਦੇ ਅਸੀਂ। ਅੱਛਾ ਜੀ, ਇਹ ਅਧਿਕਾਰ ਸੰਪੂਰਨ ਨਹੀਂ ਹਨ, ਐਬਸੋਲੂਟ ਨਹੀਂ ਆ। ਇਹਨਾਂ ਉੱਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ। ਜਨਤਕ ਵਿਵਸਥਾ ਮਤਲਬ ਪਬਲਿਕ ਆਰਡਰ, ਨੈਤਿਕਤਾ, ਮੋਰੈਲਿਟੀ, ਸਿਹਤ ਹੈਲਥ ਅਤੇ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ, ਮਤਲਬ ਜੇ ਕਿਸੇ ਹੋਰ ਦੇ ਫੰਡਾਮੈਂਟਲ ਰਾਈਟਸ ਆਹਤ ਹੋ ਰਹੇ ਆ ਤਾਂ ਵੀ ਇਹ ਅਧਿਕਾਰਾਂ ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਹੋਰ ਵਿਵਸਥਾਵਾਂ ਦੇ ਮੱਦੇਨਜ਼ਰ ਇਹਨਾਂ ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਇਸ ਦੇ ਉੱਤੇ ਪ੍ਰਸ਼ਨ ਆਇਆ ਹੋਇਆ ਜੀ UPSC ਵਿੱਚ। ਤੁਹਾਨੂੰ 3-4 ਗਰਾਊਂਡ ਪੁੱਛੇ ਗਏ ਸੀ ਵੀ ਦੱਸੋ ਜੀ, ਜਿਹੜਾ ਧਰਮ ਦੀ ਆਜ਼ਾਦੀ ਦਾ ਅਧਿਕਾਰ ਆ, ਉਹਦੇ ਉੱਤੇ ਜੇ ਤੁਸੀਂ ਪਾਬੰਦੀਆਂ ਲਾਉਣੀਆਂ ਹੋਣ ਤਾਂ ਕਿਹੜਾ ਆਧਾਰ ਹੋ ਸਕਦਾ ਆ। ਪਬਲਿਕ ਆਰਡਰ, ਮੋਰੈਲਿਟੀ, ਹੈਲਥ ਤੇ ਫੰਡਾਮੈਂਟਲ ਰਾਈਟਸ। ਤੇ ਹੈਲਥ ਵੀ ਆਧਾਰ ਹੈ। ਮੈਂ ਦੱਸਿਆ ਨਾ ਕਿ ਤੁਸੀਂ ਧਰਮ ਦਾ ਮਤਲਬ ਇਹ ਨਹੀਂ ਕਿ ਜਿਸ ਤਰ੍ਹਾਂ ਮੰਨ ਲਓ ਕਿ ਕੁਛ ਇਸ ਤਰ੍ਹਾਂ ਦੀਆਂ ਰਿਲੀਜੀਅਸ ਪ੍ਰੈਕਟਿਸਿਸ ਆ ਕਿ ਉਹਦੇ ਵਿੱਚ ਕੀ ਆ ਕਿ ਹੈਲਥ ਦਾ ਨੁਕਸਾਨ ਹੁੰਦਾ ਆ। ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਜਿੱਦਾਂ ਸੂਈਆਂ ਚਬਾਉਣੀਆਂ, ਜਾਂ ਜਿਹੜੇ ਸਾਡੇ ਬੋਡੀ ਦੇ ਹੇਅਰ ਆ ਉਹ ਜ਼ਬਰਦਸਤੀ ਪੁੱਟਣੇ। ਠੀਕ, ਅਜੀਬ ਅਲੱਗ-ਅਲੱਗ ਧਾਰਮਿਕ ਕਿਰਿਆਵਾਂ ਹੈਗੀਆਂ ਆ, ਪਰ ਉਹ ਹੁਣ ਕੋਰਟ ਡਿਸਾਈਡ ਕਰਦਾ ਵੀ ਕੀ ਇਹ ਸਿਹਤ ਦੇ ਅਧਿਕਾਰ ਦੇ ਖਿਲਾਫ ਜਾਂਦਾ ਆ। ਤੇ ਇਸ ਤਰ੍ਹਾਂ ਦੀ ਪ੍ਰੈਕਟਿਸਿਸ ਨਹੀਂ ਕੀਤੀਆਂ ਜਾ ਸਕਦੀਆਂ। ਮੈਂ ਦੱਸਿਆ ਬਲੀ ਦੇਣ ਦਾ ਅਧਿਕਾਰ, ਬਲੀ ਦੇਣੀ, ਕੋਈ ਕਵੇ ਕਿ ਸਾਡੇ ਧਰਮ ਦਾ ਇਹ ਪਾਰਟ ਆ, ਪਰ ਨਹੀਂ, ਉਹ ਠੀਕ ਨਹੀਂ ਹੈ। ਤੇ ਹੋਰ ਵੀ ਆ ਕਿ ਜਿਸ ਤਰ੍ਹਾਂ ਮੰਨ ਲਓ ਕਿ ਜਦੋਂ ਲੜਕੀ ਦਾ ਪੀਰੀਅਡਸ ਚੱਲਦੇ ਆ ਤਾਂ ਉਹਨੂੰ ਅਪਵਿੱਤਰ ਮੰਨਿਆ ਜਾਂਦਾ ਕਈ ਵਾਰੀ, ਤਾਂ ਇੱਥੇ ਸਿਹਤ ਦੀ ਗੱਲ ਵੀ ਆਉਂਦੀ ਆ। ਇਸ ਤਰ੍ਹਾਂ ਦੀਆਂ ਕਈ ਗੱਲਾਂ ਹੈਗੀਆਂ। ਤੁਸੀਂ ਆਹ 4 ਆਧਾਰ ਯਾਦ ਕਰ ਲੈਣੇ: ਪਬਲਿਕ ਆਰਡਰ, ਜਨਤਕ ਵਿਵਸਥਾ, ਨੈਤਿਕਤਾ, ਸਿਹਤ ਅਤੇ ਮੌਲਿਕ ਅਧਿਕਾਰ। ਇਹਨਾਂ ਨਾਲ ਸੰਬੰਧਿਤ ਹੋਰ ਵਿਵਸਥਾਵਾਂ, ਇਹਨਾਂ ਸਭ ਦੇ ਮੱਦੇਨਜ਼ਰ ਸਾਡੇ ਧਰਮ ਦੀ ਆਜ਼ਾਦੀ ਦੇ ਅਧਿਕਾਰ ਉੱਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਠੀਕ ਹੈ ਜੀ, ਅਗਲਾ ਅਧਿਕਾਰ ਪੜ੍ਹਦੇ ਹਾਂ ਜੀ। ਅੱਛਾ, ਇਸ ਦੇ ਉੱਤੇ ਪਾਬੰਦੀਆਂ ਹੋਰ ਕਿਹੜੀਆਂ ਰਾਜ ਪਾਬੰਦੀਆਂ ਲਗਾ ਸਕਦਾ ਹੈ? ਰਾਜ ਕਰ ਸਕਦਾ ਹੈ। ਰਾਜ ਕੀ ਕਰ ਸਕਦਾ ਹੈ? ਸਟੇਟ ਕੀ ਕਰ ਸਕਦਾ ਹੈ? ਧਾਰਮਿਕ ਅਭਿਆਸ ਨਾਲ ਸੰਬੰਧਿਤ ਕਿਸੇ ਵੀ ਗਤੀਵਿਧੀ ਨੂੰ ਨਿਯਮਿਤ ਕਰ ਸਕਦਾ ਹੈ। ਰਿਲੀਜੀਅਸ ਪ੍ਰੈਕਟਿਸ ਨਾਲ ਸੰਬੰਧਿਤ ਕੋਈ ਵੀ ਤੁਹਾਡੀ ਐਕਟੀਵਿਟੀ ਆ, ਉਹਨੂੰ ਰੈਗੂਲਰਾਈਜ਼ ਕਰ ਸਕਦਾ, ਉਹਨੂੰ ਨਿਯਮਿਤ ਕਰ ਸਕਦਾ, ਉਹਨੂੰ ਕੰਟਰੋਲ ਕਰ ਸਕਦਾ। ਕੌਣ? ਰਾਜ ਕੋਲ ਇਹ ਪਾਵਰ ਹੈਗੀ ਆ। ਤੁਸੀਂ ਕਹਿ ਨਹੀਂ ਸਕਦੇ ਕਿ ਇਹ ਸਾਡਾ ਧਰਮ ਆ, ਪਰਸਨਲ ਆ, ਤੇ ਤੁਸੀਂ ਰਾਜ ਨੇ ਇਹਦੇ ਵਿੱਚ ਇੰਟਰਫੇਅਰ ਨਹੀਂ ਕਰਨਾ। ਠੀਕ ਹੈ ਨਾ। ਰਾਜ, ਸਟੇਟ ਚਾਹੇ ਧਾਰਮਿਕ ਅਭਿਆਸ ਨਾਲ ਸੰਬੰਧਿਤ ਕਿਸੇ ਵੀ ਗਤੀਵਿਧੀ ਨੂੰ ਨਿਯਮਿਤ ਕਰ ਸਕਦਾ ਆ। ਅੱਛਾ ਜੀ, ਉਹਨੂੰ ਕੰਟਰੋਲ ਕਰ ਸਕਦਾ ਆ, ਉਹ ਤੇ ਨਿਯਮ ਲਾ ਸਕਦਾ ਆ। ਜਨਤਕ ਚਰਿੱਤਰ ਦੀਆਂ ਹਿੰਦੂ ਧਾਰਮਿਕ ਸੰਸਥਾਵਾਂ ਨੂੰ ਹਿੰਦੂਆਂ ਦੇ ਸਾਰੇ ਵਰਗਾਂ ਲਈ ਖੋਲ੍ਹਣਾ। ਆਹ ਇੰਪੋਰਟੈਂਟ ਪੁਆਇੰਟ ਆ। ਹੁਣ ਕਈ ਮੇਰੇ ਦੋਸਤ ਕਹਿ ਸਕਦੇ ਕਿ ਇੱਥੇ ਹਿੰਦੂ ਸ਼ਬਦ ਹੀ ਕਿਉਂ ਲਿਖਿਆ ਆ। ਦੇਖੋ, ਬੇਸਿਕਲੀ ਕਾਸਟ ਜਿਹੜਾ ਸਿਸਟਮ ਆ ਨਾ, ਉਹ ਹਿੰਦੂ ਧਰਮ ਨਾਲ ਸੰਬੰਧਿਤ ਆ। ਤਾਂ ਉਹਦੇ ਵਿੱਚ ਇਹ ਦੇਖਿਆ ਜਾਂਦਾ ਸੀਗਾ ਕਿ ਉਹਨਾਂ ਦੀ ਧਾਰਮਿਕ ਸੰਸਥਾਵਾਂ ਪਰਟੀਕੂਲਰ ਕਾਸਟ ਲਈ ਖੁੱਲ੍ਹੀਆਂ ਨਹੀਂ ਜਾਂਦੀਆਂ ਸਨ, ਓਪਨ ਨਹੀਂ ਸਨ। ਪਰਟੀਕੂਲਰ ਕਾਸਟ ਦੇ ਲੋਕਾਂ ਲਈ ਧਾਰਮਿਕ ਚਰਿੱਤਰ ਵਾਲੇ ਜਿਹੜੇ ਹਿੰਦੂ ਸੰਸਥਾਵਾਂ ਆ, ਉਹ ਓਪਨ ਨਹੀਂ ਸਨ। ਉਹ ਉੱਥੇ ਜਾ ਕੇ ਮੱਥਾ ਨਹੀਂ ਟੇਕ ਸਕਦੇ ਸੀ। ਤਾਂ ਫਿਰ ਇਸ ਕਰਕੇ ਸੰਵਿਧਾਨ 'ਚ ਇਹ ਲਿਖਿਆ ਗਿਆ ਕਿ ਜਿਹੜੀਆਂ ਪਬਲਿਕ ਕਰੈਕਟਰ ਦੀਆਂ ਹਿੰਦੂ ਧਾਰਮਿਕ ਸੰਸਥਾਵਾਂ ਆ, ਜਿਹੜੀਆਂ ਆਮ ਜਨਤਾ ਲਈ ਬਣੀਆਂ ਆ, ਉਹਦੇ ਵਿੱਚ ਤੁਸੀਂ ਇੱਕ
ਖਾਸ ਵਰਗ ਨੂੰ ਨਹੀਂ ਕਹਿ ਸਕਦੇ, ਖਾਸ ਕਾਸਟ ਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ। ਉਹ ਸਾਰੇ ਵਰਗਾਂ ਲਈ ਖੁੱਲੀ ਆ, ਉਹ ਸਾਰੇ ਕੀ ਆ ਹਿੰਦੂ ਸੈਕਟ ਲਈ ਖੁੱਲੀ ਆ, all sections of ਹਿੰਦੂ ਲਈ ਖੁੱਲੀ ਆ। ਉਹ open Hindu religious institutions of a public character to all classes and sections of Hindus। ਠੀਕ ਹੈ ਜੀ, ਇਹ ਗੱਲ ਹੋ ਗਈ। ਤਾਂ ਹਿੰਦੂ ਦਾ ਇੱਥੇ ਮਤਲਬ ਕੀ ਆ? ਹਿੰਦੂ ਦਾ ਮਤਲਬ ਕੀ ਆ ਇੱਥੇ? ਇਹ ਵੀ ਇੰਟਰਸਟਿੰਗ ਗੱਲ ਆ। ਸਿੱਖ, ਜੈਨ, ਬੋਧੀ। ਸਿੱਖ, ਜੈਨ, ਬੋਧੀ। ਹਿੰਦੂ ਦਾ ਮਤਲਬ ਸਿਰਫ ਹਿੰਦੂ ਨਹੀਂ ਹੈ, ਇਹਨਾਂ ਵਿੱਚ ਸਿੱਖ, ਜੈਨ ਤੇ ਬੋਧੀ ਸ਼ਾਮਿਲ ਹੈ। ਕਿਉਂ? ਕਿਉਂਕਿ ਜਦੋਂ ਨਾ ਸਾਡੇ ਇੰਡੀਅਨ ਸਮਾਜ ਵਿੱਚ ਜਿਹੜੇ ਲੋਕ ਭਾਵੇਂ ਸਿੱਖ ਬਣੇ, ਚਾਹੇ ਜੈਨ ਬਣੇ, ਚਾਹੇ ਬੋਧੀ ਬਣੇ, ਉਹ ਉਹੀ ਸਮਾਜ ਤੋਂ ਬਣੇ, ਉਹ ਜਾਤ ਪਾਤ ਵਾਲੇ ਸਮਾਜ ਤੋਂ ਹੀ ਬਣੇ। ਇਸ ਕਰਕੇ ਧਾਰਮਿਕ ਸਿਚੁਏਸ਼ਨ ਕਰਕੇ ਇਹਨਾਂ ਦੀ ਜਾਤ ਪਾਤ ਖਤਮ ਨਹੀਂ ਹੋਈ। ਜਿਹੜੇ ਇੱਕ ਖਾਸ ਜਾਤ ਤੇ ਸੀ, ਚਾਹੇ ਉਹ ਹਿੰਦੂ 'ਚ ਰਹੇ, ਚਾਹੇ ਸਿੱਖ ਬਣ ਗਏ, ਚਾਹੇ ਜੈਨ ਬਣ ਗਏ, ਚਾਹੇ ਬੋਧੀ ਬਣ ਗਏ, ਉਹਨਾਂ ਦੀ ਕਾਸਟ ਫਾਰਵਰਡ ਕੀਤੀ, ਉਹਨਾਂ ਦੇ ਨਾਲ ਚੱਲੀ। ਠੀਕ ਹੈ। ਹੁਣ ਇੱਥੇ ਇਹ ਵੀ ਤਰਕ ਹੈਗਾ ਆ ਕਿ ਕ੍ਰਿਸਚਨ ਵਿੱਚ ਕਿਉਂ ਨਹੀਂ, ਫਿਰ ਹੈ ਨਾ ਮੁਸਲਿਮ ਵਿੱਚ ਕਿਉਂ ਨਹੀਂ, ਇਹ ਹੁਣ ਵਿਚਾਰ ਚਰਚਾ ਦਾ ਵਿਸ਼ਾ ਆ। ਪਰ ਇੱਥੇ ਇਹ ਮੰਨਿਆ ਜਾਂਦਾ ਆ ਕਿ ਜਿਹੜੇ ਧਰਮ ਭਾਰਤ ਦੀ ਜ਼ਮੀਨ 'ਤੇ ਪੈਦਾ ਹੋਏ, ਉਹਨਾਂ ਸਾਰਿਆਂ ਨੂੰ, ਖਾਸ ਤੌਰ 'ਤੇ ਆਹ ਤਿੰਨ ਸਿੱਖ, ਜੈਨ ਤੇ ਬੋਧੀ, ਇਹਨਾਂ ਤਿੰਨਾਂ ਨੂੰ ਇਕੱਠੇ ਹੀ ਸਾਡੇ ਇੱਥੇ ਕੀ ਆ, ਇਸ ਲਾਈਨ ਵਿੱਚ ਹਿੰਦੂ ਰਿਲੀਜੀਅਸ ਇੰਸਟੀਟਿਊਸ਼ਨਸ ਕਿਹਾ ਜਾਂਦਾ ਆ। ਸਾਰੇ ਹਿੰਦੂ ਧਾਰਮਿਕ ਸੰਸਥਾਨ ਜਿਹੜੇ ਕਿ ਪਬਲਿਕ ਕਰੈਕਟਰ ਵਾਲੇ ਆ, ਜਨਤਕ ਆ, ਉਹਨਾਂ ਨੂੰ ਸਾਰੇ ਵਰਗਾਂ ਲਈ ਤੇ ਸਾਰੇ ਸੈਕਸ਼ਨਸ ਆਫ ਹਿੰਦੂ ਲਈ ਖੋਲ੍ਹਣਾ। ਹੁਣ ਇੱਥੇ ਇਹਦਾ ਮਤਲਬ ਇਹ ਕਦੇ ਨਹੀਂ ਹੈਗਾ ਕਿ ਸਿੱਖ ਹਿੰਦੂ ਦਾ ਪਾਰਟ ਆ, ਜੈਨ ਹਿੰਦੂ ਦਾ ਪਾਰਟ ਆ, ਜਾਂ ਬੋਧੀ ਹਿੰਦੂ ਦਾ ਪਾਰਟ ਆ। ਇਹਦਾ ਇੱਕ ਨਾ ਕੌਨਸਟੀਟਿਊਸ਼ਨਲ ਮੀਨਿੰਗ ਹੁੰਦੀ ਆ, ਇਹਦੀ ਵਰਡਿੰਗ ਆ ਇਹ, ਕਿਉਂਕਿ ਇਹ ਸਾਰੇ ਇਸ ਭਾਰਤ ਦੀ ਧਰਤੀ ਤੇ ਪੈਦਾ ਹੋਏ, ਤਾਂ ਇਸ ਕਰਕੇ ਤਾਂ ਇਹਨਾਂ ਨੂੰ ਇਹ ਲਿਖ ਦਿੱਤਾ ਜਾਂਦਾ ਇਕੱਠੇ ਹਿੰਦੂ ਰਿਲੀਜੀਅਸ ਇੰਸਟੀਟਿਊਸ਼ਨਸ, ਕਿਉਂਕਿ ਇਹਨਾਂ ਦੇ ਕਿਰਿਆ ਕਰਮ ਆਲਮੋਸਟ ਆਪਸ 'ਚ ਕਈ ਤਰ੍ਹਾਂ ਦੇ ਮਿਲਦੇ ਆ, ਆਪਸ 'ਚ ਇਹਨਾਂ ਦੇ ਕਾਮਨੈਲਿਟੀਜ਼ ਆ। ਠੀਕ, ਤੇ ਇਸ ਕਰਕੇ ਆਪਾਂ ਨਾ ਬਹੁਤਾ ਜ਼ਿਆਦਾ ਨਾ ਭਾਵੁਕ ਜਾਂ ਅਗਰੈਸਿਵ ਹੋ ਜਾਈਏ। ਦੇਖੋ ਜੀ, ਦੇਖੋ ਸਾਨੂੰ ਤਾਂ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਦਾ ਭਾਗ ਕਿਹਾ ਗਿਆ ਹੈ, ਜੈਨੀਆਂ ਨੂੰ ਹਿੰਦੂ ਦਾ ਭਾਗ ਕਿਹਾ ਗਿਆ ਹੈ, ਬੋਧੀਆਂ ਨੂੰ ਹਿੰਦੂ ਦਾ ਭਾਗ ਕਿਹਾ ਗਿਆ ਹੈ। ਨਹੀਂ, ਉਹ ਇੱਕ ਟੈਕਨੀਕਲ ਲੈਂਗੁਏਜ ਆ ਇਹ। ਤੇ ਦੂਸਰੀ ਗੱਲ ਇਹ ਆ ਕਿ ਐਜ਼ ਸੱਚ ਇਹ ਸੈਪਰੇਟ ਰਿਲੀਜਨ ਰੈਕੋਗਨਾਈਜ਼ਡ ਆ। ਸਿੱਖ, ਜੈਨ, ਬੋਧੀ ਇਹ ਅਲੱਗ-ਅਲੱਗ ਧਰਮ ਰੈਕੋਗਨਾਈਜ਼ਡ ਆ, ਇਹਨਾਂ ਨੂੰ ਮਾਨਤਾ ਪ੍ਰਾਪਤ ਆ। ਠੀਕ ਆ ਜੀ, ਆਪਾਂ ਡੀਪ ਨਹੀਂ ਜਾਣਾ, ਆਪਣਾ ਆਪਣੇ ਸਿਲੇਬਸ ਤੱਕ ਸੀਮਿਤ ਰਹਿਣਾ। ਅਗਲਾ ਹੈ ਜੀ, ਰਾਜ ਚਾਹੇ ਤਾਂ ਇਹ ਸੁਧਾਰ ਲਿਆ ਸਕਦਾ ਹੈ ਅਤੇ ਸਮਾਜ ਭਲਾਈ ਲਈ ਨਿਰਦੇਸ਼ ਦੇ ਸਕਦਾ ਹੈ। ਠੀਕ ਹੈ ਨਾ, ਉਹ ਕੁਛ ਸੁਧਾਰ ਲਿਆਉਣਾ ਚਾਹਵੇ ਤਾਂ ਸੁਧਾਰ ਵੀ ਲਿਆਇਆ ਜਾ ਸਕਦਾ ਹੈ। ਰਾਜ ਕਹਿ ਸਕਦਾ ਕਿ ਆਹ ਚੀਜ਼ ਨੂੰ ਰਿਫਾਰਮ ਕਰੋ, ਤੇ ਸਮਾਜ ਭਲਾਈ ਲਈ ਨਿਰਦੇਸ਼ ਵੀ ਦੇ ਸਕਦਾ ਆ ਕਿ ਤੁਸੀਂ ਸਮਾਜ ਭਲਾਈ ਲਈ ਆਹ ਕੰਮ ਕਰੋ। ਇਹ ਕੰਮ ਕੌਣ ਕਰ ਸਕਦਾ? ਸਟੇਟ ਧਰਮ ਦੇ ਲਈ ਆਹ ਕੰਡੀਸ਼ਨਾਂ ਲਾ ਸਕਦਾ ਆ। ਠੀਕ ਹੈ ਨਾ, ਰਾਜ ਕਰ ਸਕਦਾ ਆ। ਸਟੇਟ ਧਰਮ ਨੂੰ, ਧਾਰਮਿਕ ਜਿਹੜੇ ਹੈ ਆਪਣੀ ਗਤੀਵਿਧੀਆਂ ਨੂੰ ਆਹ ਕੰਡੀਸ਼ਨਾਂ ਲਗਾ ਸਕਦਾ ਹੈ ਉਹਨਾਂ ਉੱਤੇ। ਠੀਕ ਹੈ ਜੀ, ਆਰਟੀਕਲ 26 ਅਸੀਂ ਨੈਕਸਟ ਕਲਾਸ ਵਿੱਚ ਪੜ੍ਹਦੇ ਹਾਂ। ਅੱਜ ਲਈ ਇੰਨਾ ਹੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।